ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਤੇ ਮੈਂ ਹਾਂ ਜੀ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ਾਨ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਸ਼ਰਨ ਫੀਸ ਨਾ ਭਰਨ ਤੇ ਅਸਾਈਲਮ ਖਤਮ ਹੋ ਸਕਦੀ ਹੈ। ਪ੍ਰਦੇਸ਼ ਨਿਕਾਲੇ ਤੋਂ ਕਾਨੂੰਨੀ ਸੁਰੱਖਿਆ ਰਹੇਗੀ ਬਰਕਰਾਰ। ਸੁਪਰੀਮ ਕੋਰਟ ਵਿੱਚ ਟਰੰਪ ਦੀ ਜਨਮ ਅਧਿਕਾਰ ਨਾਗਰਿਕਤਾ ਅਪੀਲ ਦੀ ਮਿਆਦ ਖਤਮ, ਮੁੜ ਸੁਣਵਾਈ ਲਈ ਕੋਈ ਅਰਜ਼ੀ ਨਹੀਂ। ਅਮਰੀਕਾ 'ਚ 30 ਪੰਜਾਬੀ ਟਰੱਕ ਡਰਾਈਵਰ ਹੋਏ ਲਾਪਤਾ। 1 ਸਾਲ ਤੋਂ ਬਾਅਦ ਵੀ ਅਸਾਈਲਮ ਅਰਜ਼ੀ ਹੋ ਸਕਦੀ ਹੈ ਮਨਜ਼ੂਰ। USCIS ਨੇ ਦੇਰੀ ਨਾਲ ਫਾਈਲ ਕਰਨ ਦੇ ਨਿਯਮ ਕੀਤੇ ਸਪਸ਼ਟ। ਇੰਡੀਅਨ ਵਿਦਿਆਰਥੀ ਤੋਂ $1 ਲੱਖ ਵਸੂਲਣਗੇ ਡੋਨਾਲਡ ਟਰੰਪ ਦੀ ਤਸਵੀਰ ਵਾਲੇ ਵਿਸ਼ੇਸ਼ ਅਮਰੀਕੀ ਪਾਸਪੋਰਟ ਹੁਣ ਦੇਸ਼ ਭਰ ਵਿੱਚ ਹੋਣਗੇ ਉਪਲਬਧ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕਾ ਦੇ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਨੇ ਇੱਕ ਮਹੱਤਵਪੂਰਨ ਨਜ਼ੀਰ ਕਾਇਮ ਕਰਦੇ ਹੋਏ ਫੈਸਲਾ ਦਿੱਤਾ ਹੈ ਕਿ ਜੇ ਕੋਈ ਸ਼ਰਨ ਮੰਗਣ ਵਾਲਾ ਲਾਜ਼ਮੀ ਸਾਲਾਨਾ ਅਸਾਈਲਮ ਫੀਸ ਸਮੇਂ ਸਿਰ ਅਦਾ ਨਹੀਂ ਕਰਦਾ ਤਾਂ ਉਸ ਦਾ ਅਸਾਈਲਮ ਦਾ ਦਾਅਵਾ ਰੱਦ ਹੋ ਸਕਦਾ ਹੈ। ਹਾਲਾਂਕਿ ਉਸ ਦਾ ਸਟੈਟੂਟਰੀ ਵਿਦਹੋਲਡਿੰਗ ਆਫ ਰਿਮੂਵਲ ਜਾਂ ਸੰਯੁਕਤ ਰਾਸ਼ਟਰ ਦੇ ਕਨਵੈਨਸ਼ਨਸ ਅਗੇਂਸਟ ਟੋਰਚਰ ਅਧੀਨ ਮਿਲਣ ਵਾਲੀ ਸੁਰੱਖਿਆ ਆਪਣੇ ਆਪ ਖਤਮ ਨਹੀਂ ਹੋਵੇਗੀ। 24 ਜੁਲਾਈ ਨੂੰ ਜਾਰੀ ਇਸ ਫੈਸਲੇ ਦੇ ਵਿੱਚ BIA ਨੇ ਸਪਸ਼ਟ ਕੀਤਾ ਹੈ ਕਿ ਕਾਂਗਰਸ ਵੱਲੋਂ ਪਾਸ ਕੀਤੇ ਵਨ ਬਿਗ ਬਿਊਟੀਫੁਲ ਬਿਗ ਐਕਟ ਦੇ ਤਹਿਤ ਅਸਾਈਲਮ ਲਈ ਸ਼ੁਰੂਆਤੀ ਅਤੇ ਸਾਲਾਨਾ ਫੀਸ ਭਰਨਾ ਲਾਜ਼ਮੀ ਹੈ। ਜੇ ਫੀਸ ਨਾ ਭਰੀ ਜਾਵੇ ਤਾਂ ਅਸਾਈਲਮ ਦੀ ਅਰਜ਼ੀ ਨੂੰ ਛੱਡਿਆ ਹੋਇਆ ਮੰਨਿਆ ਜਾ ਸਕਦਾ ਹੈ। ਇਹ ਮਾਮਲਾ ਕਿਊਬਾ ਦੀ ਇੱਕ ਮਹਿਲਾ ਦੇ ਨਾਲ ਸੰਬੰਧਿਤ ਸੀ ਜਿਸ ਨੇ 2025 ਵਿੱਚ ਫਾਰਮ I-589 ਦਾਇਰ ਕਰਕੇ ਅਸਾਈਲਮ ਅਤੇ ਦੇਸ਼ ਨਿਕਾਲੇ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਇਮੀਗ੍ਰੇਸ਼ਨ ਜੱਜ ਨੇ ਉਸ ਨੂੰ ਸਾਲਾਨਾ ਫੀਸ ਜਮ੍ਹਾਂ ਕਰਵਾਉਣ ਦਾ ਹੁਕਮ ਦਿੱਤਾ, ਪਰ ਸਮੇਂ ਸਿਰ ਫੀਸ ਨਾ ਭਰਨ ਕਾਰਨ ਜੱਜ ਨੇ ਉਸ ਦੀ ਪੂਰੀ ਅਰਜ਼ੀ ਰੱਦ ਕਰ ਦਿੱਤੀ। ਅਪੀਲ ਦੌਰਾਨ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਦਲੀਲ ਦਿੱਤੀ ਕਿ ਕਿਉਂਕਿ ਇੱਕੋ ਫਾਰਮ I-589 ਰਾਹੀਂ ਅਸਾਈਲਮ, ਵਿਦਹੋਲਡਿੰਗ ਆਫ ਰਿਮੂਵਲ ਅਤੇ CAT ਸੁਰੱਖਿਆ ਲਈ ਅਰਜ਼ੀ ਦਿੱਤੀ ਜਾਂਦੀ ਹੈ, ਇਸ ਲਈ ਫੀਸ ਨਾ ਭਰਨ ਤੇ ਤਿੰਨਾਂ ਦਾਅਵਿਆਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਪਰ BIA ਦੇ 3 ਜੱਜਾਂ ਦੇ ਪੈਨਲ ਨੇ ਇਹ ਦਲੀਲ ਖਾਰਜ ਕਰ ਦਿੱਤੀ। ਬੋਰਡ ਨੇ ਕਿਹਾ ਕਿ ਕਾਂਗਰਸ ਨੇ ਕਾਨੂੰਨ ਵਿੱਚ ਸਿਰਫ ਅਸਾਈਲਮ ਲਈ ਫੀਸ ਦੀ ਸ਼ਰਤ ਰੱਖੀ ਹੈ, ਵਿਦਹੋਲਡਿੰਗ ਆਫ ਰਿਮੂਵਲ ਅਤੇ CAT ਪ੍ਰੋਟੈਕਸ਼ਨ ਲਈ ਨਹੀਂ ਹੈ। ਇਸ ਲਈ ਕੇਵਲ ਫੀਸ ਨਾ ਭਰਨ ਦੇ ਆਧਾਰ ਤੇ ਇਹਨਾਂ ਦੋ ਸੁਰੱਖਿਆਵਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ। BIA ਨੇ ਕਿਊਬਾ ਦੀ ਮਹਿਲਾ ਦੀ ਅਪੀਲ ਮਨਜ਼ੂਰ ਕਰਦੇ ਹੋਏ ਕੇਸ ਮੁੜ ਇਮੀਗ੍ਰੇਸ਼ਨ ਕੋਰਟ ਨੂੰ ਭੇਜ ਦਿੱਤਾ ਹੈ ਤਾਂ ਜੋ ਉਸ ਦੇ ਵਿਦਹੋਲਡਿੰਗ ਆਫ ਰਿਮੂਵਲ ਅਤੇ CAT ਪ੍ਰੋਟੈਕਸ਼ਨ ਵਾਲੇ ਦਾਅਵਿਆਂ ਤੇ ਕਾਨੂੰਨ ਦੇ ਅਨੁਸਾਰ ਸੁਣਵਾਈ ਕੀਤੀ ਜਾ ਸਕੇ। ਇਹ ਫੈਸਲਾ ਉਹਨਾਂ ਹਜ਼ਾਰਾਂ ਸ਼ਰਨ ਮੰਗਣ ਵਾਲਿਆਂ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਦੀ ਅਸਾਈਲਮ ਅਰਜ਼ੀ ਲੰਬਿਤ ਹੈ। ਇਸ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਅਸਾਈਲਮ ਫੀਸ ਨਾ ਭਰਨ ਨਾਲ ਅਸਾਈਲਮ ਦਾ ਹੱਕ ਪ੍ਰਭਾਵਿਤ ਹੋ ਸਕਦਾ ਹੈ, ਪਰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨਾਂ ਦੇ ਅਧੀਨ ਮਿਲਣ ਵਾਲੀ ਦੇਸ਼ ਨਿਕਾਲੇ ਤੋਂ ਸੁਰੱਖਿਆ ਆਪਣੇ ਆਪ ਖਤਮ ਨਹੀਂ ਹੁੰਦੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਨਮ ਅਧਿਕਾਰ ਨੂੰ ਯਾਨੀ ਕਿ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਸੀਮਿਤ ਕਰਨ ਵਾਲੇ ਕਾਰਜਕਾਰੀ ਹੁਕਮ ਸੰਬੰਧੀ ਇੱਕ ਬਹੁਤ ਹੀ ਮਹੱਤਵਪੂਰਨ ਵਿਕਾਸ ਸਾਹਮਣੇ ਆਇਆ ਹੈ। ਸੁਪਰੀਮ ਕੋਰਟ ਵੱਲੋਂ ਮੁੜ ਸੁਣਵਾਈ ਦੀ ਅਰਜ਼ੀ ਦਾਇਰ ਕਰਨ ਲਈ ਦਿੱਤੀ ਗਈ 25 ਦਿਨਾਂ ਦੀ ਮਿਆਦ ਮੰਗਲਵਾਰ ਨੂੰ ਸਮਾਪਤ ਹੋ ਗਈ, ਪਰ ਅਮਰੀਕੀ ਨਿਆਂ ਵਿਭਾਗ ਨੇ ਕੋਈ ਅਰਜ਼ੀ ਦਾਇਰ ਨਹੀਂ ਕੀਤੀ। ਟਰੰਪ ਨੇ 9 ਜੁਲਾਈ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਿਹਾ ਸੀ ਕਿ ਉਹ ਸੁਪਰੀਮ ਕੋਰਟ ਤੋਂ ਤੁਰੰਤ ਮੁੜ ਸੁਣਵਾਈ ਦੀ ਮੰਗ ਕਰਨਗੇ ਅਤੇ ਅਦਾਲਤ ਦੇ ਫੈਸਲੇ ਨੂੰ ਅਮਰੀਕਾ ਲਈ ਨੁਕਸਾਨਦਾਇਕ ਕਰਾਰ ਦਿੱਤਾ ਸੀ। ਇਸ ਦੇ ਬਾਵਜੂਦ ਨਿਰਧਾਰਤ ਸਮੇਂ ਅੰਦਰ ਕੋਈ ਕਾਨੂੰਨੀ ਕਦਮ ਨਹੀਂ ਚੁੱਕਿਆ ਗਿਆ। ਅਮਰੀਕੀ ਸੁਪਰੀਮ ਕੋਰਟ ਨੇ 1954 ਤੋਂ ਬਾਅਦ ਕਿਸੇ ਵੀ ਕੇਸ ਦੀ ਮੁੜ ਸੁਣਵਾਈ ਨਹੀਂ ਕੀਤੀ, ਜਿਸ ਕਾਰਨ ਇਸ ਤਰ੍ਹਾਂ ਦੀ ਅਰਜ਼ੀ ਮਨਜ਼ੂਰ ਹੋਣ ਦੀ ਸੰਭਾਵਨਾ ਪਹਿਲਾਂ ਹੀ ਬਹੁਤ ਘੱਟ ਮੰਨੀ ਜਾ ਰਹੀ ਸੀ। ਹੁਣ ਟਰੰਪ ਦੀ ਨੀਤੀ ਦੇ ਸਮਰਥਕ ਰਿਪਬਲਿਕਨ ਸੰਸਦ ਮੈਂਬਰ ਕਾਨੂੰਨੀ ਰਸਤਾ ਅਪਣਾ ਰਹੇ ਹਨ। ਵਰਜੀਨੀਆ ਤੋਂ ਕਾਂਗਰਸ ਮੈਂਬਰ ਜੋਨ ਨੇ ਇੱਕ ਬਿੱਲ ਪੇਸ਼ ਕੀਤਾ ਜਿਸ ਰਾਹੀਂ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦੀ ਧਾਰਾ 301 ਵਿੱਚ ਸੋਧ ਕਰਕੇ ਅਮਰੀਕਾ ਵਿੱਚ ਜਨਮ ਲੈਣ ਵਾਲੇ ਬੱਚਿਆਂ ਨੂੰ ਆਪਣੇ ਆਪ ਨਾਗਰਿਕਤਾ ਮਿਲਣ ਦੇ ਨਿਯਮ ਵਿੱਚ ਤਬਦੀਲੀ ਕਰਨ ਦਾ ਪ੍ਰਸਤਾਵ ਹੈ। ਇਸ ਬਿੱਲ ਵਿੱਚ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਮਾਪਿਆਂ ਦੀ ਇਮੀਗ੍ਰੇਸ਼ਨ ਸਥਿਤੀ ਦੇ ਆਧਾਰ ਤੇ ਬੱਚੇ ਦੀ ਨਾਗਰਿਕਤਾ ਦਾ ਫੈਸਲਾ ਕੀਤਾ ਜਾਵੇ। ਇਸੇ ਦੌਰਾਨ ਇੰਡੀਆਨਾ ਤੋਂ ਰਿਪਬਲਿਕਨ ਸੈਨੇਟਰ ਜਿਮ ਬੈਂਕਸ ਨੇ ਵੀ ਟਰੰਪ ਦੇ ਕਾਰਜਕਾਰੀ ਹੁਕਮ ਨੂੰ ਕਾਨੂੰਨੀ ਰੂਪ ਦੇਣ ਲਈ ਵੱਖਰਾ ਬਿੱਲ ਪੇਸ਼ ਕੀਤਾ ਹੈ।
ਉਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਪ੍ਰਣਾਲੀ ਦਾ ਗੈਰ ਕਾਨੂੰਨੀ ਇਮੀਗ੍ਰੇਸ਼ਨ ਲਈ ਦੁਰਵਰਤੋਂ ਹੋ ਰਹੀ ਹੈ ਅਤੇ ਇਸ ਵਿੱਚ ਬਦਲਾਅ ਲਿਆਉਣਾ ਜ਼ਰੂਰੀ ਹੈ। ਫਿਲਹਾਲ ਟਰੰਪ ਪ੍ਰਸ਼ਾਸਨ ਵੱਲੋਂ ਸੁਪਰੀਮ ਕੋਰਟ ਵਿੱਚ ਮੁੜ ਸੁਣਵਾਈ ਦੀ ਅਰਜ਼ੀ ਨਾ ਦੇਣ ਨਾਲ ਇਹ ਲੜਾਈ ਹੁਣ ਅਦਾਲਤ ਦੀ ਬਜਾਏ ਕਾਂਗਰਸ ਵਿੱਚ ਕਾਨੂੰਨ ਬਣਾਉਣ ਦੇ ਰਾਹੀਂ ਅੱਗੇ ਵਧਦੀ ਨਜ਼ਰ ਆ ਰਹੀ ਹੈ। ਅਮਰੀਕਾ ਵਿੱਚ 2.5 ਮਹੀਨੇ ਪਹਿਲਾਂ ਗ੍ਰਿਫਤਾਰ 30 ਤੋਂ ਵੱਧ ਪੰਜਾਬੀ ਟਰੱਕ ਡਰਾਈਵਰਾਂ ਦੀ ਕੋਈ ਉਗਸੁਗ ਨਹੀਂ ਮਿਲ ਰਹੀ ਅਤੇ ਭਾਰਤ ਸਰਕਾਰ ਨੂੰ ਹੁਣ ਤੱਕ ਉਹਨਾਂ ਦੀ ਸ਼ਨਾਖਤ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲ ਸਕੀ ਹੈ। ਦੂਜੇ ਪਾਸੇ 3 ਹੋਰ ਭਾਰਤੀ ਟਰੱਕ ਡਰਾਈਵਰ ਟੈਕਸਸ ਅਤੇ ਫਲੋਰੀਡਾ ਦੇ ਵਿੱਚ ਗ੍ਰਿਫਤਾਰ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ, ਜਿਨ੍ਹਾਂ ਦੀ ਸ਼ਨਾਖਤ ਮੁਕੇਸ਼ ਮਨੀ, ਰਾਹੁਲ ਅਤੇ ਵਰਿੰਦਰ ਵਜੋਂ ਕੀਤੀ ਗਈ। ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਸਥਿਤ ਇੰਡੀਅਨ ਐਮਬੈਸੀ ਰਾਹੀਂ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਤੋਂ ਟਰੱਕ ਡਰਾਈਵਰਾਂ ਦੇ ਵੇਰਵੇ ਮੰਗੇ ਗਏ, ਪਰ ਕੋਈ ਹੁੰਗਾਰਾ ਨਹੀਂ ਆਇਆ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿੱਚ ਆਪਰੇਸ਼ਨ ਚੈਕਮੇਟ ਦੇ ਦੌਰਾਨ 52 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ 36 ਟਰੱਕ ਡਰਾਈਵਰ ਸਨ ਅਤੇ 30 ਭਾਰਤ ਨਾਲ ਸੰਬੰਧਿਤ ਦੱਸੇ ਗਏ। ਕਸਟਮਸ ਐਂਡ ਬਾਰਡਰ ਪੈਟਰੋਲ ਮੁਤਾਬਕ 29 ਟਰੱਕ ਡਰਾਈਵਰਾਂ ਦੇ ਕੋਲ ਕੈਲੀਫੋਰਨੀਆ, ਨਿਊਯਾਰਕ, ਵਾਸ਼ਿੰਗਟਨ ਅਤੇ ਵਰਜੀਨੀਆ ਰਾਜਾਂ ਤੋਂ ਜਾਰੀ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਮੌਜੂਦ ਸਨ, ਜਦਕਿ ਇੱਕ ਜਣਾ ਬਗੈਰ ਲਾਇਸੈਂਸ ਤੋਂ ਹੀ ਟਰੱਕ ਚਲਾ ਰਿਹਾ ਸੀ। ਭਾਰਤ ਸਰਕਾਰ ਦੀ ਦਲੀਲ ਹੈ ਕਿ ਆਪਰੇਸ਼ਨ ਚੈਕਮੇਟ ਬਾਰੇ ਕੋਈ ਅਗਾਊ ਜਾਣਕਾਰੀ ਨਾ ਦਿੱਤੀ ਗਈ ਅਤੇ ਅਮਰੀਕਾ ਦੀ ਲਾਅ ਇਨਫੋਰਸਮੈਂਟ ਏਜੰਸੀ ਨੇ ਆਪਣੇ ਪੱਧਰ ਤੇ ਕਾਰਵਾਈ ਕੀਤੀ ਹੈ। ਜਿਉਂ ਹੀ ਭਾਰਤੀ ਨਾਗਰਿਕਾਂ ਦੀ ਗ੍ਰਿਫਤਾਰੀ ਜਾਂ ਇਮੀਗ੍ਰੇਸ਼ਨ ਹਿਰਾਸਤ ਵਿੱਚ ਲਏ ਜਾਣ ਦੀਆਂ ਰਿਪੋਰਟਾਂ ਉੱਭਰੀਆਂ ਤਾਂ ਵਿਦੇਸ਼ ਮੰਤਰਾਲੇ ਨੇ ਵਾਸ਼ਿੰਗਟਨ ਸਥਿਤ ਅੰਬੈਸੀ ਨੂੰ ਵੇਰਵੇ ਹਾਸਲ ਕਰਨ ਦੀ ਹਦਾਇਤ ਦਿੱਤੀ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਸਿੰਘ ਨੇ ਰਾਜ ਸਭਾ ਵਿੱਚ ਇੱਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਇਹ ਕਿਹਾ ਕਿ ਭਾਰਤ ਸਰਕਾਰ ਹੁਣ ਤੱਕ ਅਮਰੀਕਾ ਦੇ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਤੋਂ ਵਿਸਤਾਰਤ ਜਾਣਕਾਰੀ ਆਉਣ ਦੀ ਉਡੀਕ ਕਰ ਰਹੀ ਹੈ। ਕੇਂਦਰ ਸਰਕਾਰ ਦੇ ਤਾਜ਼ਾ ਜਵਾਬ ਮਗਰੋਂ ਮਾਮਲਾ ਉਲਝਦਾ ਨਜ਼ਰ ਆ ਰਿਹਾ ਹੈ ਅਤੇ ਨਵਾਂ ਸਵਾਲ ਇਹ ਉੱਠ ਰਿਹਾ ਹੈ ਕਿ ਆਖਰਕਾਰ 30 ਭਾਰਤੀ ਨਾਗਰਿਕ ਕਿੱਥੇ ਹਨ। ਭਾਰਤੀ ਟਰੱਕ ਡਰਾਈਵਰਾਂ ਦੇ ਜੱਦੀ ਸੂਬੇ, ਜ਼ਿਲ੍ਹੇ ਜਾਂ ਪਰਿਵਾਰਾਂ ਬਾਰੇ ਜਾਣਕਾਰੀ ਹਾਸਲ ਕਰਨ ਹਿੱਤ ਕਈ ਐਮਪੀਸ ਨੇ ਸਵਾਲ ਦਾਇਰ ਕੀਤੇ, ਪਰ ਤਸੱਲੀਬਖਸ਼ ਜਾਣਕਾਰੀ ਹਾਸਲ ਕਰਨ ਵਿੱਚ ਨਾਕਾਮ ਰਹੇ। ਇਸੇ ਦੌਰਾਨ ਅਮਰੀਕਾ ਦੇ ਟੈਕਸਸ ਸੂਬੇ ਵਿੱਚ 32,000 ਪਾਉਂਡ ਵਜ਼ਨੀ ਮਹਿੰਗੀ ਧਾਤ ਚੋਰੀ ਕਰਨ ਦੇ ਮਾਮਲੇ ਤਹਿਤ ਸਿਲੀ ਪੁਲਿਸ ਵੱਲੋਂ 2 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ $2,72,000 ਮੁੱਲ ਦੀ ਧਾਤ ਚੋਰੀ ਹੋਣ ਬਾਰੇ ਸ਼ਿਕਾਇਤ ਮਿਲਣ ਤੇ ਪੜਤਾਲ ਆਰੰਭੀ ਗਈ ਅਤੇ ਇੱਕ ਨਾਕੇ ਦੌਰਾਨ ਰੋਕੇ ਟਰੱਕ ਵਿੱਚੋਂ ਚੋਰੀਸ਼ੁਦਾ ਧਾਤ ਬਰਾਮਦ ਕਰਨ ਵਿੱਚ ਸਫਲਤਾ ਮਿਲੀ। ਟਰੱਕ ਵਿੱਚ ਸਵਾਰ ਸ਼ੱਕੀਆਂ ਦੀ ਸ਼ਨਾਖਤ 25 ਸਾਲਾਂ ਦੇ ਰਾਹੁਲ ਅਤੇ 36 ਸਾਲਾਂ ਦੇ ਵਰਿੰਦਰ ਵਜੋਂ ਕੀਤੀ ਗਈ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਦੋਹਾਂ ਸ਼ੱਕੀਆਂ ਨੇ ਜੁਲਾਈ ਮਹੀਨੇ ਦੇ ਆਰੰਭ ਵਿੱਚ ਵੀ ਚੋਰੀ ਦੀ ਇੱਕ ਵਾਰਦਾਤ ਕੀਤੀ। ਸਿਲੀ ਪੁਲਿਸ ਦੇ ਮੁਤਾਬਕ ਆਟੋਮੇਟਿਡ ਲਾਇਸੈਂਸ ਪਲੇਟ ਰੀਡਰ ਤਕਨੀਕ ਰਾਹੀਂ ਕਾਰਗੋ ਚੋਰੀ ਦਾ ਮਸਲਾ ਸੁਲਝਾਉਣ ਵਿੱਚ ਮਦਦ ਮਿਲੀ। ਉਧਰ ਫਲੋਰੀਡਾ ਦੇ ਐਗਰੀਕਲਚਰ ਲਾਅ ਇਨਫੋਰਸਮੈਂਟ ਦਫ਼ਤਰ ਵੱਲੋਂ ਕੈਲੀਫੋਰਨੀਆ ਦੇ ਟਰੱਕ ਡਰਾਈਵਰ ਮੁਕੇਸ਼ ਮਨੀ ਨੂੰ ਕਾਬੂ ਕੀਤਾ ਗਿਆ, ਜਿਸ ਦੇ ਟਰੱਕ ਦੀ ਰਜਿਸਟ੍ਰੇਸ਼ਨ 2021 ਵਿੱਚ ਐਕਸਪਾਇਰ ਹੋ ਚੁੱਕੀ ਸੀ। ਮਾਮਲਾ ਸ਼ੱਕੀ ਮਹਿਸੂਸ ਹੋਣ ਤੇ ਸਨੀਫਰਸ ਡੌਗਸ ਲਿਆਂਦੇ ਗਏ ਅਤੇ ਟਰੱਕ ਵਿੱਚੋਂ ਚਿੱਟਾ ਪਾਊਡਰ ਵੀ ਬਰਾਮਦ ਹੋਇਆ। ਲੈਬ ਟੈਸਟ ਦੌਰਾਨ ਪਾਊਡਰ ਦੇ ਕੋਕੇਨ ਹੋਣ ਬਾਰੇ ਤਸਦੀਕ ਹੋ ਗਈ ਅਤੇ ਮੁਕੇਸ਼ ਮਨੀ ਨੂੰ ਗ੍ਰਿਫਤਾਰ ਕਰਕੇ ਐਸਕੈਂਬੀਆ ਕਾਉਂਟੀ ਜੇਲ੍ਹ ਭੇਜ ਦਿੱਤਾ ਗਿਆ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਨੇ ਅਸਾਈਲਮ ਲਈ 1 ਸਾਲ ਦੀ ਕਾਨੂੰਨੀ ਮਿਆਦ ਤੋਂ ਬਾਅਦ ਦਾਇਰ ਕੀਤੀਆਂ ਜਾਣ ਵਾਲੀਆਂ ਅਰਜ਼ੀਆਂ ਸੰਬੰਧੀ ਮਹੱਤਵਪੂਰਨ ਸਪਸ਼ਟਤਾ ਜਾਰੀ ਕੀਤੀ ਹੈ। ਹਾਲਾਂਕਿ ਕਾਨੂੰਨ ਦੇ ਵਿੱਚ ਇਹ ਛੋਟਾਂ ਪਹਿਲਾਂ ਤੋਂ ਹੀ ਮੌਜੂਦ ਸਨ, ਪਰ ਹੁਣ USCIS ਨੇ ਨਵੇਂ ਫਾਰਮ I-589 ਦੀਆਂ ਹਦਾਇਤਾਂ ਵਿੱਚ ਸਾਫ਼-ਸਾਫ਼ ਲਿਖ ਦਿੱਤਾ ਹੈ ਕਿ ਕਿਹੜੀਆਂ ਸਥਿਤੀਆਂ ਵਿੱਚ ਦੇਰੀ ਨਾਲ ਦਾਇਰ ਕੀਤੀ ਗਈ ਅਸਾਈਲਮ ਅਰਜ਼ੀ ਵੀ ਸਵੀਕਾਰ ਕੀਤੀ ਜਾ ਸਕਦੀ ਹੈ। ਇਹ ਸਪਸ਼ਟੀਕਰਨ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਮਹੱਤਵਪੂਰਨ ਹੈ ਜੋ 1 ਸਾਲ ਦੀ ਮਿਆਦ ਲੰਘ ਜਾਣ ਕਾਰਨ ਸਮਝਦੇ ਹਨ ਕਿ ਹੁਣ ਉਹਨਾਂ ਦੇ ਕੋਲ ਅਸਾਈਲਮ ਦਾ ਕੋਈ ਰਾਹ ਨਹੀਂ ਬਚਿਆ। ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਦੇ ਮੁਤਾਬਕ ਹਰ ਵਿਅਕਤੀ ਨੂੰ ਆਪਣੇ ਅਮਰੀਕਾ ਦੇ ਵਿੱਚ ਆਖਰੀ ਦਾਖਲੇ ਤੋਂ 1 ਸਾਲ ਦੇ ਅੰਦਰ ਅਸਾਈਲਮ ਲਈ ਅਰਜ਼ੀ ਦੇਣੀ ਹੁੰਦੀ ਹੈ। ਜੇ ਇਹ ਮਿਆਦ ਲੰਘ ਜਾਵੇ ਤਾਂ ਆਮ ਤੌਰ ਤੇ ਅਸਾਈਲਮ ਦੀ ਅਰਜ਼ੀ ਰੱਦ ਹੋ ਸਕਦੀ ਹੈ, ਪਰ ਕਾਨੂੰਨ ਦੇ ਵਿੱਚ 2 ਅਜਿਹੀਆਂ ਛੋਟਾਂ ਹਨ ਜਿਨ੍ਹਾਂ ਦੇ ਆਧਾਰ ਤੇ ਦੇਰੀ ਨਾਲ ਕੀਤੀ ਅਰਜ਼ੀ ਵੀ ਕਬੂਲ ਹੋ ਸਕਦੀ ਹੈ। USCIS ਦੇ ਅਨੁਸਾਰ ਪਹਿਲੀ ਛੋਟ ਉਸ ਵੇਲੇ ਲਾਗੂ ਹੋ ਸਕਦੀ ਹੈ ਜਦੋਂ ਅਰਜ਼ੀਦਾਰ ਦੇ ਆਪਣੇ ਦੇਸ਼ ਵਿੱਚ ਉਸਦੇ ਅਮਰੀਕਾ ਆਉਣ ਤੋਂ ਬਾਅਦ ਹਾਲਾਤ ਗੰਭੀਰ ਤੌਰ ਤੇ ਬਦਲ ਗਏ ਹੋਣ, ਜੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੱਧ ਗਈ ਹੋਵੇ, ਰਾਜਨੀਤਿਕ ਜਾਂ ਧਾਰਮਿਕ ਜ਼ੁਲਮ ਦਾ ਖਤਰਾ ਪੈਦਾ ਹੋ ਗਿਆ ਹੋਵੇ ਜਾਂ ਸੁਰੱਖਿਆ ਸਥਿਤੀ ਬਹੁਤ ਖਰਾਬ ਹੋ ਗਈ ਹੋਵੇ ਤਾਂ ਇਹ ਦੇਰੀ ਦਾ ਜਾਇਜ਼ ਕਾਰਨ ਬਣ ਸਕਦਾ ਹੈ।
ਦੂਜੀ ਛੋਟ ਉਸ ਸਥਿਤੀ ਵਿੱਚ ਮਿਲ ਸਕਦੀ ਹੈ ਜਦੋਂ ਕੋਈ ਅਸਾਧਾਰਨ ਹਾਲਾਤ ਅਰਜ਼ੀ ਸਮੇਂ ਸਿਰ ਦਾਇਰ ਕਰਨ ਵਿੱਚ ਰੁਕਾਵਟ ਬਣੇ ਹੋਣ। ਸੋ ਉਦਾਹਰਨ ਵਜੋਂ ਗੰਭੀਰ ਬਿਮਾਰੀ, ਮਾਨਸਿਕ ਜਾਂ ਸਰੀਰਕ ਅਸਮਰਥਾ ਜਾਂ ਕੋਈ ਹੋਰ ਵੱਡੀ ਰੁਕਾਵਟ ਜਿਸ ਕਾਰਨ ਅਰਜ਼ੀਦਾਰ ਸਮੇਂ ਸਿਰ ਅਰਜ਼ੀ ਨਾ ਦੇ ਸਕਿਆ ਹੋਵੇ। ਇਸੇ ਤਰ੍ਹਾਂ ਜੇ ਪਹਿਲਾਂ ਭੇਜੀ ਗਈ ਅਰਜ਼ੀ ਕਿਸੇ ਤਕਨੀਕੀ ਕਮੀ ਕਾਰਨ ਵਾਪਸ ਆ ਗਈ ਸੀ ਅਤੇ ਉਸ ਨੂੰ ਵਾਜਬ ਸਮੇਂ ਵਿੱਚ ਦੁਬਾਰਾ ਠੀਕ ਕਰਕੇ ਦਾਇਰ ਕੀਤਾ ਗਿਆ ਤਾਂ ਇਹ ਵੀ ਦੇਰੀ ਲਈ ਸਵੀਕਾਰਯੋਗ ਕਾਰਨ ਹੋ ਸਕਦਾ ਹੈ। ਸੋ USCIS ਨੇ ਇਹ ਵੀ ਕਿਹਾ ਹੈ ਕਿ ਅਰਜ਼ੀਦਾਰ ਨੂੰ ਆਪਣੀ ਦੇਰੀ ਦਾ ਕਾਰਨ ਫਾਰਮ I-589 ਵਿੱਚ ਸਪਸ਼ਟ ਅਤੇ ਵਿਸਥਾਰ ਨਾਲ ਲਿਖਣਾ ਚਾਹੀਦਾ ਹੈ, ਕਿਉਂਕਿ ਕਈ ਮਾਮਲਿਆਂ ਵਿੱਚ ਇਹੀ ਉਸ ਦਾ ਸਭ ਤੋਂ ਮਹੱਤਵਪੂਰਨ ਮੌਕਾ ਹੁੰਦਾ ਹੈ। ਜੇ ਕੇਸ ਦਾ ਇੰਟਰਵਿਊ ਜਾਂ ਇਮੀਗ੍ਰੇਸ਼ਨ ਕੋਰਟ ਵਿੱਚ ਸੁਣਵਾਈ ਹੁੰਦੀ ਹੈ ਤਾਂ ਅਰਜ਼ੀਦਾਰ ਨੂੰ ਇਹ ਕਾਰਨ ਸਬੂਤਾਂ ਸਮੇਤ ਮੌਖਿਕ ਤੌਰ ਤੇ ਵੀ ਸਮਝਾਉਣਾ ਪਵੇਗਾ। ਇਹ ਸਪਸ਼ਟੀਕਰਨ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਅਹਿਮ ਹੈ ਜਿਨ੍ਹਾਂ ਦਾ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਖਤਮ ਹੋ ਗਿਆ। USCIS ਨੇ ਸਾਫ਼ ਕੀਤਾ ਹੈ ਕਿ TPS ਮਿਲਣਾ ਜਾਂ ਉਸ ਦੀ ਮਿਆਦ ਵਧਣਾ 1 ਸਾਲ ਦੀ ਅਸਾਈਲਮ ਮਿਆਦ ਨੂੰ ਆਪਣੇ ਆਪ ਨਹੀਂ ਰੋਕਦਾ। 1 ਸਾਲ ਦੀ ਗਿਣਤੀ ਹਮੇਸ਼ਾ ਅਮਰੀਕਾ ਵਿੱਚ ਆਖਰੀ ਦਾਖਲੇ ਦੀ ਤਾਰੀਖ ਤੋਂ ਹੁੰਦੀ ਹੈ। ਡੋਨਾਲਡ ਟਰੰਪ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਅਤੇ ਗ੍ਰੀਨ ਕਾਰਡ ਦੇ ਨੇੜੇ ਪੁੱਜ ਚੁੱਕੇ ਪ੍ਰਵਾਸੀਆਂ ਨੂੰ ਭਾਜੜਾ ਪਾਉਣ ਦੀ ਤਿਆਰੀ ਵਿੱਚ ਹਨ। ਜੀ ਹਾਂ, ਅਮਰੀਕਾ ਵਿੱਚ ਪੜ੍ਹਾਈ ਮੁਕੰਮਲ ਕਰਨ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਵਰਕ ਪਰਮਿਟ ਲਈ $1 ਲੱਖ ਫੀਸ ਅਦਾ ਕਰਨ ਦਾ ਫਰਮਾਨ ਜਿਹੜਾ ਹੈ ਕਿਸੇ ਵੀ ਵੇਲੇ ਸੁਣਾਇਆ ਜਾ ਸਕਦਾ ਹੈ। ਵਾਲ ਸਟਰੀਟ ਜਰਨਲ ਦੀ ਰਿਪੋਰਟ ਦੇ ਮੁਤਾਬਕ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਵੀਜ਼ਾ ਲਈ ਭਾਰੀ ਭਰਕਮ ਫੀਸ ਵਸੂਲਣ ਦੀ ਯੋਜਨਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਤਿਆਰ ਕਰ ਲਈ ਹੈ। F1 ਵੀਜ਼ਾ ਤੇ ਅਮਰੀਕਾ ਪੁੱਜੇ ਇੰਟਰਨੈਸ਼ਨਲ ਸਟੂਡੈਂਟਸ ਨੂੰ OPT ਵੀਜ਼ਾ ਰਾਹੀਂ 3 ਸਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ ਅਤੇ 2024 ਦੌਰਾਨ 4,19,000 ਨੌਜਵਾਨ ਇਸ ਵੀਜ਼ਾ ਤੇ ਅਮਰੀਕਾ ਵਿੱਚ ਮੌਜੂਦ ਸਨ। ਉਧਰ ਟੈਕ ਕੰਪਨੀਆਂ ਵੱਲੋਂ $1 ਲੱਖ ਫੀਸ ਦਾ ਤਿੱਖਾ ਵਿਰੋਧ ਕੀਤਾ ਗਿਆ ਜੋ US ਯੂਨੀਵਰਸਿਟੀਜ਼ ਵਿੱਚੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਭਰਤੀ ਕਰਦੀਆਂ ਹਨ। ਇਸੇ ਦੌਰਾਨ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਇੱਕ ਬੁਲਾਰੇ ਨੇ ਸਫਾਈ ਪੇਸ਼ ਕਰਦਿਆਂ ਕਿਹਾ ਕਿ ਕਿਸੇ ਵੀ ਨੀਤੀ ਨੂੰ ਪੱਕਾ ਨਹੀਂ ਮੰਨਿਆ ਜਾ ਸਕਦਾ ਜਦੋਂ ਇਸ ਬਾਰੇ ਰਸਮੀ ਐਲਾਨ ਨਾ ਹੋ ਜਾਵੇ। ਸੋ ਬੁਲਾਰੇ ਨੇ ਅੱਗੇ ਇਹ ਵੀ ਕਿਹਾ ਕਿ ਗ੍ਰਹਿ ਸੁਰੱਖਿਆ ਵਿਭਾਗ ਕਾਨੂੰਨੀ ਤੌਰ ਤੇ ਜਾਇਜ਼ ਇਮੀਗ੍ਰੇਸ਼ਨ ਦਾ ਮਿਆਰ ਉੱਚਾ ਰੱਖਣ ਲਈ ਵਚਨਬੱਧ ਹੈ। ਮੀਡੀਆ ਰਿਪੋਰਟ ਦੇ ਮੁਤਾਬਕ ਟਰੰਪ ਸਰਕਾਰ ਸਿਰਫ ਇੰਟਰਨੈਸ਼ਨਲ ਸਟੂਡੈਂਟਸ ਹੀ ਨਹੀਂ ਸਗੋਂ ਅਮਰੀਕਾ ਤੋਂ ਬਾਹਰ ਰਹਿੰਦੀਆਂ ਗ੍ਰੀਨ ਕਾਰਡ ਅਪਲਾਈ ਕਰਨ ਵਾਲੇ ਪ੍ਰਵਾਸੀਆਂ ਉੱਤੇ ਵੀ $1 ਲੱਖ ਦਾ ਬੋਝ ਪਾਉਣ ਬਾਰੇ ਫੈਸਲਾ ਕਰ ਚੁੱਕੀ ਹੈ। ਇੱਥੇ ਦੱਸਣਾ ਬੰਦ ਹੈ ਕਿ ਟਰੰਪ ਸਰਕਾਰ ਦੇ ਵੱਲੋਂ H-1B ਵੀਜ਼ਾ ਅਰਜ਼ੀਆਂ ਤੇ $1 ਲੱਖ ਫੀਸ ਵਸੂਲ ਕਰਨ ਦਾ ਫੈਸਲਾ ਅਦਾਲਤ ਨੇ ਰੱਦ ਕਰ ਦਿੱਤਾ ਹੈ ਅਤੇ ਹੁਣ ਆਨੇ ਬਹਾਨੇ ਹੋਰਨਾਂ ਵਰਗਾਂ ਦੀ ਜੇਬ ਖਾਲੀ ਵਿਉਂਤਬੰਦੀ ਕੀਤੀ ਗਈ ਹੈ। ਦੂਜੇ ਪਾਸੇ ਅਮਰੀਕਾ ਦੀ ਸੈਨੇਟ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਜੋ 7 ਸਾਲ ਤੋਂ ਲਗਾਤਾਰ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀਆਂ ਵਾਸਤੇ ਗ੍ਰੀਨ ਕਾਰਡ ਦਾ ਰਾਹ ਪੱਧਰਾ ਕਰਦਾ ਹੈ। ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਮੌਕੇ ਜਾਰੀ ਕੀਤੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਵਾਲੇ ਵਿਸ਼ੇਸ਼ ਯਾਦਗਾਰੀ ਪਾਸਪੋਰਟ ਹੁਣ ਵਾਸ਼ਿੰਗਟਨ DC ਤੋਂ ਬਾਹਰ ਵੀ ਦੇਸ਼ ਭਰ ਦੇ ਚੁਣੇ ਹੋਏ ਪਾਸਪੋਰਟ ਕੇਂਦਰਾਂ ਤੇ ਉਪਲਬਧ ਕਰਵਾਏ ਜਾਣਗੇ। ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਵਿਸ਼ੇਸ਼ ਪਾਸਪੋਰਟ ਨੂੰ ਪੈਟਰੋਇਟ ਪਾਸਪੋਰਟ ਦਾ ਨਾਮ ਦਿੱਤਾ ਹੈ। ਸੋ ਵਿਦੇਸ਼ ਵਿਭਾਗ ਦੇ ਅਨੁਸਾਰ ਲੋਕਾਂ ਵੱਲੋਂ ਮਿਲੀ ਭਾਰੀ ਮੰਗ ਤੋਂ ਬਾਅਦ ਇਸ ਵਿਸ਼ੇਸ਼ ਡਿਜ਼ਾਈਨ ਵਾਲੇ ਹੋਰ 2,50,000 ਪਾਸਪੋਰਟ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ। ਪਹਿਲਾਂ ਇਹ ਪਾਸਪੋਰਟ ਸਿਰਫ ਵਾਸ਼ਿੰਗਟਨ DC ਸਥਿਤ ਪਾਸਪੋਰਟ ਏਜੰਸੀ ਵਿੱਚ ਵਿਅਕਤੀਗਤ ਤੌਰ ਤੇ ਅਰਜ਼ੀ ਦੇਣ ਵਾਲਿਆਂ ਨੂੰ ਦਿੱਤੇ ਜਾ ਰਹੇ ਸਨ। ਹੁਣ ਅਗਸਤ ਮਹੀਨੇ ਦੌਰਾਨ ਅਮਰੀਕਾ ਦੀਆਂ ਵੱਖ-ਵੱਖ ਪਾਸਪੋਰਟ ਏਜੰਸੀਆਂ ਅਤੇ ਕੇਂਦਰਾਂ ਤੇ ਵਿਸ਼ੇਸ਼ ਅਰਜ਼ੀ ਸਮਾਗਮ ਕਰਵਾਏ ਜਾਣਗੇ। ਪਹਿਲੇ ਪੜਾਅ ਵਿੱਚ 8 ਅਗਸਤ ਤੋਂ ਸ਼ਿਕਾਗੋ, ਡਲਾਸ, ਡੈਟਰੋਇਟ, ਨਿਊ ਔਰਲੀਨਸ, ਨਿਊਯਾਰਕ, ਸਟੈਨਫੋਰਡ ਅਤੇ ਸਟੈਨੀਅਲ ਸਮੇਤ ਕਈ ਸ਼ਹਿਰਾਂ ਦੇ ਵਿੱਚ ਇੱਕ ਦਿਨ ਦੇ ਵਿਸ਼ੇਸ਼ ਸਮਾਗਮ ਕੀਤੇ ਜਾਣਗੇ। ਇਸ ਤੋਂ ਬਾਅਦ ਹੋਰ ਸ਼ਹਿਰਾਂ ਅਤੇ ਪਾਸਪੋਰਟ ਦਫ਼ਤਰਾਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਵੇਗਾ। ਇਹ ਪਾਸਪੋਰਟ ਪ੍ਰਾਪਤ ਕਰਨ ਲਈ ਬਿਨੇਕਾਰ ਨੂੰ ਨਿਰਧਾਰਤ ਦਿਨ ਵਿਅਕਤੀਗਤ ਤੌਰ ਤੇ ਪਾਸਪੋਰਟ ਏਜੰਸੀ ਜਾਣਾ ਪਵੇਗਾ ਅਤੇ ਪਹਿਲਾਂ ਤੋਂ ਮੁਲਾਕਾਤ ਦਾ ਸਮਾਂ ਲੈਣਾ ਲਾਜ਼ਮੀ ਹੋਵੇਗਾ। ਸੋ ਮੁਲਾਕਾਤ ਲਈ ਨੈਸ਼ਨਲ ਪਾਸਪੋਰਟ ਇਨਫੋਰਮੇਸ਼ਨ ਸੈਂਟਰ ਦੇ ਨੰਬਰ ਤੇ ਸੰਪਰਕ ਕਰਕੇ ਮੈਨੂ ਵਿਕਲਪ 9 ਨੂੰ ਚੁਣਿਆ ਜਾ ਸਕਦਾ ਹੈ। ਇਹ ਮੁਲਾਕਾਤ ਆਨਲਾਈਨ ਨਹੀਂ ਲਈ ਜਾ ਸਕਦੀ। ਸੋ ਵਿਦੇਸ਼ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਜਿਹੜੇ ਲੋਕ ਆਨਲਾਈਨ ਡਾਕ ਰਾਹੀਂ ਆਮ ਪਾਸਪੋਰਟ ਸਵੀਕ੍ਰਿਤੀ ਕੇਂਦਰ ਜਾਂ ਵਿਦੇਸ਼ ਸਥਿਤੀ ਅਮਰੀਕੀ ਦੂਤਾਵਾਸ ਜਾਂ ਕੰਸੂਲੇਟ ਰਾਹੀਂ ਅਰਜ਼ੀ ਦੇਣਗੇ ਉਹਨਾਂ ਨੂੰ ਇਹ ਵਿਸ਼ੇਸ਼ ਪੈਟਰੀਅਟ ਪਾਸਪੋਰਟ ਨਹੀਂ ਮਿਲੇਗਾ। ਇਸ ਲਈ ਨਿਰਧਾਰਿਤ ਵਿਸ਼ੇਸ਼ ਸਮਾਗਮ ਜਾਂ ਵਾਸ਼ਿੰਗਟਨ ਪਾਸਪੋਰਟ ਏਜੰਸੀ ਵਿੱਚ ਵਿਅਕਤੀਗਤ ਅਰਜ਼ੀ ਦੇਣੀ ਜ਼ਰੂਰੀ ਹੋਵੇਗੀ।
ਇਸ ਯਾਦਗਾਰੀ ਪਾਸਪੋਰਟ ਦੇ ਅੰਦਰਲੇ ਪੰਨੇ ਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਸਵੀਰ, ਉਹਨਾਂ ਦੇ ਦਸਤਖਤ ਦਾ ਸੁਨਹਿਰੀ ਨਿਸ਼ਾਨ ਅਤੇ ਅਮਰੀਕੀ ਆਜ਼ਾਦੀ ਦੇ ਐਲਾਨ ਦੇ ਨਾਲ ਸੰਬੰਧਿਤ ਕਲਾਕਾਰੀ ਸ਼ਾਮਲ ਹੈ। ਇਸ ਦੇ ਨਾਲ ਅਮਰੀਕਾ ਦੀ 250ਵੀਂ ਵਰ੍ਹੇਗੰਢ ਨੂੰ ਦਰਸਾਉਂਦਾ ਸੁਨਹਿਰੀ ਝੰਡਾ ਅਤੇ ਆਜ਼ਾਦੀ ਦੇ ਐਲਾਨ ਤੇ ਦਸਤਖਤ ਕਰਦੇ ਸੰਸਥਾਪਕ ਆਗੂਆਂ ਦੀ ਤਸਵੀਰ ਵੀ ਦਿੱਤੀ ਗਈ ਹੈ। ਸੋ ਟਰੰਪ ਅਮਰੀਕੀ ਪਾਸਪੋਰਟ ਵਿੱਚ ਦਰਸਾਏ ਜਾਣ ਵਾਲੇ ਪਹਿਲੇ ਜੀਵਿਤ ਰਾਸ਼ਟਰਪਤੀ ਬਣ ਗਏ ਹਨ। ਸੋ ਪਾਸਪੋਰਟ ਦੇ ਕਵਰ ਉੱਤੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਅਤੇ ਪਾਸਪੋਰਟ ਸ਼ਬਦ ਸੁਨਹਿਰੀ ਅੱਖਰਾਂ ਵਿੱਚ ਲਿਖੇ ਗਏ ਹਨ। ਪਿਛਲੇ ਕਵਰ ਤੇ ਇੱਕ ਛੋਟਾ ਸੁਨਹਿਰੀ ਅਮਰੀਕੀ ਝੰਡਾ ਅਤੇ ਤਾਰਿਆਂ ਦੇ ਨਾਲ ਘਿਰਿਆ ਹੋਇਆ 250 ਦਾ ਨਿਸ਼ਾਨ ਵੀ ਸ਼ਾਮਲ ਕੀਤਾ ਗਿਆ। ਸੋ ਵਿਦੇਸ਼ ਵਿਭਾਗ ਦੇ ਮੁਤਾਬਕ ਇਹ ਪਾਸਪੋਰਟ ਸਿਰਫ ਯਾਦਗਾਰੀ ਵਸਤੂ ਨਹੀਂ ਹੈ, ਸਗੋਂ ਇੱਕ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਅਮਰੀਕੀ ਯਾਤਰਾ ਅਤੇ ਪਛਾਣ ਦਸਤਾਵੇਜ਼ ਹੈ। ਟਰੰਪ ਪ੍ਰਸ਼ਾਸਨ ਨੇ ਮੈਡੀਕੇਅਰ ਪਾਰਟ ਡੀ ਅਧੀਨ ਦਵਾਈਆਂ ਦੀਆਂ ਵੱਖਰੀਆਂ ਬੀਮਾ ਯੋਜਨਾਵਾਂ ਦੇ ਪ੍ਰੀਮੀਅਮ ਕਾਬੂ ਵਿੱਚ ਰੱਖਣ ਲਈ ਚਲਾਇਆ ਜਾ ਰਿਹਾ ਅਸਥਾਈ ਸਰਕਾਰੀ ਸਹਾਇਤਾ ਪ੍ਰੋਗਰਾਮ 2026 ਦੇ ਅੰਤ ਵਿੱਚ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹ ਤਬਦੀਲੀ 1 ਜਨਵਰੀ 2027 ਤੋਂ ਲਾਗੂ ਹੋਵੇਗੀ ਅਤੇ ਇਸ ਕਾਰਨ ਕੁਝ ਬਜ਼ੁਰਗ ਅਤੇ ਅਪਾਹਜ ਲਾਭਪਾਤਰੀਆਂ ਨੂੰ ਦਵਾਈ ਬੀਮੇ ਲਈ ਵੱਧ ਮਹੀਨਾਵਾਰ ਪ੍ਰੀਮੀਅਮ ਦੇਣਾ ਪੈ ਸਕਦਾ ਹੈ। ਸੋ ਸੈਂਟਰਸ ਫॉर ਮੈਡੀਕੇਅਰ ਐਂਡ ਮੈਡੀਕੇਡ ਸਰਵਿਸਿਜ਼ ਦੇ ਅਨੁਸਾਰ ਇਹ ਅਸਥਾਈ ਪ੍ਰੋਗਰਾਮ 2025 ਵਿੱਚ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਮੈਡੀਕੇਅਰ ਪਾਰਟ ਡੀ ਦੇ ਨਵੇਂ ਨਿਯਮਾਂ ਕਾਰਨ ਵੱਖਰੀਆਂ ਦਵਾਈ ਬੀਮਾ ਯੋਜਨਾਵਾਂ ਦੇ ਪ੍ਰੀਮੀਅਮਸ ਵਿੱਚ ਅਚਾਨਕ ਵੱਡਾ ਵਾਧਾ ਨਾ ਹੋਵੇ। ਸਰਕਾਰ ਵੱਲੋਂ ਬੀਮਾ ਕੰਪਨੀਆਂ ਨੂੰ ਦਿੱਤੀ ਜਾਣ ਵਾਲੀ ਵਾਧੂ ਸਹਾਇਤਾ ਨਾਲ 2025 ਅਤੇ 2026 ਦੌਰਾਨ ਲਾਭਪਾਤਰੀਆਂ ਦੇ ਮਹੀਨਾਵਾਰ ਪ੍ਰੀਮੀਅਮ ਘੱਟ ਰੱਖਣ ਵਿੱਚ ਮਦਦ ਮਿਲੀ ਸੀ। ਸਿਹਤ ਨੀਤੀ ਸੰਸਥਾ KFF ਦੇ ਅਨੁਸਾਰ ਇਸ ਪ੍ਰੋਗਰਾਮ ਉੱਤੇ 2 ਸਾਲਾਂ ਵਿੱਚ ਲਗਭਗ 9.8 ਅਰਬ ਡਾਲਰ ਖਰਚ ਕੀਤੇ ਗਏ। ਮੈਡੀਕੇਅਰ ਅਤੇ ਮੈਡੀਕੇਡ ਪ੍ਰਸ਼ਾਸਕ ਡਾਕਟਰ ਮਹਿਮਤ ओज ने कहा है कि बीमा कंपनियां ਨੂੰ ਹੁਣ ਨਵੇਂ ਪਾਰਟ ਡੀ ਢਾਂਚੇ ਦੀ ਯੋਜਨਾਵਾਂ ਦੀ ਕੀਮਤ ਨਿਰਧਾਰਿਤ ਕਰਨ ਦਾ ਕਾਫੀ ਤਜਰਬਾ ਹੋ ਚੁੱਕਿਆ ਹੈ। ਇਸ ਲਈ ਵਾਧੂ ਸਰਕਾਰੀ ਸਹਾਇਤਾ ਦੀ ਲੋੜ ਨਹੀਂ ਰਹੀ। ਉਹਨਾਂ ਨੇ ਇਸ ਸਹਾਇਤਾ ਨੂੰ ਬੀਮਾ ਕੰਪਨੀਆਂ ਲਈ बेल आउट करार दिंदियां दावा किया है कि ज्यादातर मैडिकेयर लाभार्थियों के प्रीमियम विच वाधा $10 महीनावार तो घट रहेगा, जबकि कुछ लोगों के प्रीमियम घट भी हो सकते हैं। दूजे पासे KFF का यह कहना है कि सरकारी सहायता खत्म होने नाल कुछ वखरियां पार्ट डी दवाई योजनावां के मैंबरां नूं पिछले सालां नालों वड्डा प्रीमियम वाधा देखना पै सकता है। साल 2026 दौरान वखरी पार्ट डी योजना का औसत महीनावार प्रीमियम लगभग $36 दस्सिया गया। हालांकि हर व्यक्ति लई असल वाधा उसकी बीमा कंपनी योजना इलाके ਅਤੇ ਦਵਾਈਆਂ ਦੀ ਸੂਚੀ ਉੱਤੇ ਨਿਰਭਰ ਕਰੇਗਾ। ਸੋ CMM ਨੇ 2027 ਲਈ ਰਾਸ਼ਟਰੀ ਮੂਲ ਪਾਰਟ ਡੀ ਪ੍ਰੀਮੀਅਮ $41.33 ਮਹੀਨਾਵਾਰ ਨਿਰਧਾਰਿਤ ਕੀਤਾ ਹੈ। ਇਹ ਸਿਰਫ ਯੋਜਨਾਵਾਂ ਦੇ ਪ੍ਰੀਮੀਅਮ ਦੀ ਗਿਣਤੀ ਕਰਨ ਲਈ ਸ਼ੁਰੂਆਤੀ ਅੰਕ ਹੈ ਅਤੇ ਹਰ ਲਾਭਪਾਤਰੀ ਵੱਲੋਂ ਦਿੱਤੀ ਜਾਣ ਵਾਲੀ ਅਸਲ ਰਕਮ ਇਸ ਦੇ ਬਰਾਬਰ ਹੋਣੀ ਜ਼ਰੂਰੀ ਨਹੀਂ ਹੈ। ਸੋ ਵੱਖ-ਵੱਖ ਯੋਜਨਾਵਾਂ ਦੇ ਅੰਤਿਮ 2027 ਪ੍ਰੀਮੀਅਮ ਅਤੇ ਕਵਰੇਜ ਵੇਰਵੇ ਸਤੰਬਰ ਵਿੱਚ ਜਾਰੀ ਕੀਤੇ ਜਾਣਗੇ। ਇਸ ਫੈਸਲੇ ਦਾ ਅਰਥ ਇਹ ਨਹੀਂ ਕਿ ਮੈਡੀਕੇਅਰ ਪਾਰਟ ਡੀ ਜਾਂ ਬਜ਼ੁਰਗਾਂ ਦੀ ਦਵਾਈ ਕਵਰੇਜ पूरी तरह बंद की जा रही है, सिर्फ प्रीमियम्स ਨੂੰ स्थिर रखने वाला अस्थायी प्रोग्राम खत्म होगा। ब्रिटेन के नवे प्रधानमंत्री एंडी बर्न ने अहुदा संभालते ही सख्त कदम चुकन की तैयारी विच हन। ब्रिटेन के नज़रबंदी केंद्रां विच मौजूदा समय रह रहे लगभग 5000 गैर कानूनी भारतीय प्रवासियों को जल्दी ही देश निकाला दिता जाएगा। इसलिए रस्मी कार्रवाइयां पूरियां कर लिया गई हैं। इस साल मार्च तक लगभग 23,000 लोग ब्रिटेन के नज़रबंदी केंद्रां विच हन। इन्हां दे विचों ज़्यादातर ब्राजील, भारत और अल्बानिया के नागरिक सन। सूत्रों के अनुसार इस समय नज़रबंदी केंद्रां विच रह रहे गैर कानूनी प्रवासी ਵਿੱਚੋਂ लगभग 22% ਭਾਰਤੀ ਹਨ। ਬ੍ਰਿਟੇਨ ਦੇ ਵਿੱਚ ਲਗਭਗ 20,000 ਭਾਰਤੀਆਂ ਦੀ ਵੀ ਜਾਂਚ ਚੱਲ ਰਹੀ ਹੈ ਜੋ ਓਵਰਸਟੇ ਕਰ ਚੁੱਕੇ ਹਨ। ਓਵਰਸਟੇ ਉਹ ਲੋਕ ਹਨ ਜੋ ਆਪਣੀ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਵੀ ਬ੍ਰਿਟੇਨ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਹਨ। ਸੋ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਸੈਲਾਨੀ ਅਤੇ ਵਿਦਿਆਰਥੀ ਵੀਜ਼ਿਆਂ ਤੇ ਹਨ। ਬ੍ਰਿਟੇਨ ਦੇ ਵਿੱਚ 7 ਵੱਡੇ ਨਜ਼ਰਬੰਦੀ ਕੇਂਦਰ ਹਨ। ਗੈਟਵਿਕ ਅਤੇ ਹੀਥਰੋ ਹਵਾਈ ਅੱਡਾ, ਡਰਨਹੈਮ ਅਤੇ ਡੰਗਵੇਲ ਪ੍ਰਮੁੱਖ ਹਨ। इन्हां नज़रबंदी केंद्रां तो देश निकाला दिते जाने वाले भारतीयों की अंतिम सूची तैयार कर ली गई है। असल में गैर कानूनी इमीग्रेशन ब्रिटेन में एक बड़ा राजनीतिक मुद्दा बन गया है। रैडिकल रिफॉर्म यूके और रीस्टोर पार्टियां इस मुद्दे ते प्रसिद्धि प्राप्त कर चुकी हैं। नवे प्रधानमंत्री एंडी बर्नम देश निकाले नूं तेज करके इन्हां पार्टियां दे मुद्दे विच सन लगाउण दी रणनीति विच हन। सो रिपोर्टां दे मुताबक गैर कानूनी प्रवासियों का ब्रिटेन जाण दा रूट इंग्लिश चैनल राही हुंदा है। लगभग 90% गैर कानूनी प्रवासी छोटियां किश्तियां विच जोखम भरपूर इंग्लिश चैनल पार करते हैं। कुछ मामलों में भारतीय दूजे यूरोपीयन देशों तो आते हैं। गैर कानूनी प्रवासी ज्यादातर दक्षिणी इंग्लैंड, स्कॉटलैंड और वेल्स विच लुकण दीआं थावां लभदे हैं। ਉਹ ਘੱਟ ਤਨਖਾਹ ਜਾਂ ਰੋਜ਼ਾਨਾ ਮਜ਼ਦੂਰੀ ਤੇ ਕੰਮ ਕਰਦੇ ਹਨ।
ਸਾਈਬਰ ਨਿਗਰਾਨੀ ਤੋਂ ਬਚਣ ਲਈ ਉਹ ਆਪਣੀ ਤਨਖਾਹ ਨਗਦ ਵਿੱਚ ਸਵੀਕਾਰ ਕਰਦੇ ਹਨ, ਕੋਈ ਰਿਕਾਰਡ ਨਹੀਂ ਛੱਡਦੇ। ਫੜੇ ਜਾਣ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀਆਂ ਵੱਲੋਂ ਸ਼ਰਨ ਲਈ ਅਰਜ਼ੀ ਦੇਣ ਦਾ ਰੁਝਾਨ ਵੀ ਹੈ। ਸੋ ਪਾਕਿਸਤਾਨੀ ਨਾਗਰਿਕ ਸਭ ਤੋਂ ਵੱਧ ਆਮ ਹਨ। ਭਾਰਤੀਆਂ ਦੀਆਂ 100 ਸ਼ਰਨ ਅਰਜ਼ੀਆਂ ਵਿੱਚੋਂ ਸਿਰਫ ਇੱਕ ਨੂੰ ਹੀ ਮਨਜ਼ੂਰੀ ਮਿਲਦੀ ਹੈ। ਟੋਰਾਂਟੋ ਪੁਲਿਸ ਸਰਵਿਸ ਨੇ ਆਪਣੇ ਆਪ ਨੂੰ ਜੋਤਸ਼ੀ, ਤਾਂਤਰਿਕ ਅਤੇ ਅਧਿਆਤਮਕ ਹੀਲਰ ਦੱਸ ਕੇ ਇੱਕ ਮਹਿਲਾ ਨਾਲ 8 ਲੱਖ ਕੈਨੇਡੀਅਨ ਡਾਲਰ ਤੋਂ ਵੱਧ ਦੀ ਕਥਿਤ ਠੱਗੀ ਕਰਨ ਦੇ ਦੋਸ਼ ਹੇਠ ਭਾਰਤੀ ਮੂਲ ਦੇ 29 ਸਾਲਾਂ ਦੇ ਗੰਗਾਧਰ ਬਾਬੂ ਦੇ ਖਿਲਾਫ ਕੈਨੇਡਾ ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਵਾਰਦਾਤ ਤੋਂ ਬਾਅਦ ਕੈਨੇਡਾ ਛੱਡ ਕੇ ਭਾਰਤ ਚਲਾ ਗਿਆ ਹੋ ਸਕਦਾ ਹੈ। ਸੋ ਜਾਂਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸੇ ਢੰਗ ਨਾਲ ਹੋਰ ਲੋਕ ਵੀ ਉਸ ਦੀ ਕਥਿਤ ਠੱਗੀ ਦਾ ਸ਼ਿਕਾਰ ਹੋਏ ਹੋ ਸਕਦੇ ਹਨ। ਪੁਲਿਸ ਵੱਲੋਂ ਜਾਰੀ ਜਾਣਕਾਰੀ ਦੇ ਅਨੁਸਾਰ ਗੰਗਾਧਰ ਬਾਬੂ ਨੇ ਅਪ੍ਰੈਲ 2024 ਤੋਂ ਸਤੰਬਰ 2025 ਤੱਕ ਇੰਡੀਅਨ ਸਿਵਿਕ ਐਂਡ ਸਪਿਰਿਚੁਅਲ ਹੀਲਰ ਦੇ ਨਾਮ ਤੇ ਇੱਕ ਕੰਮ ਕੀਤਾ, ਉਸ ਨਾਮ ਹੇਠ ਕੰਮ ਕੀਤਾ। ਇਸ ਦੌਰਾਨ ਉਹ ਆਪਣੇ ਆਪ ਨੂੰ ਸ਼ਕਤੀਸ਼ਾਲੀ ਜੋਤਿਸ਼, ਭਵਿੱਖ ਦੱਸਣ ਵਾਲਾ ਅਤੇ ਅਧਿਆਤਮਕ ਮਾਹਰ ਵਜੋਂ ਪੇਸ਼ ਕਰਦਾ ਸੀ। ਉਹ ਦਾਅਵਾ ਕਰਦਾ ਸੀ ਕਿ ਉਸ ਕੋਲ ਅਜਿਹੀਆਂ ਅਲੌਕਿਕ ਸ਼ਕਤੀਆਂ ਹਨ ਜਿਨ੍ਹਾਂ ਰਾਹੀਂ ਉਹ ਲੋਕਾਂ ਦੀਆਂ ਨਿੱਜੀ, ਪਰਿਵਾਰਕ ਅਤੇ ਆਰਥਿਕ ਸਮੱਸਿਆਵਾਂ ਦੂਰ ਕਰ ਸਕਦਾ ਹੈ ਅਤੇ ਉਹਨਾਂ ਨੂੰ ਬੁਰੀਆਂ ਸ਼ਕਤੀਆਂ ਤੋਂ ਬਚਾ ਸਕਦਾ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਨੇ ਪੀੜਤਾ ਦੇ ਅੰਧ ਵਿਸ਼ਵਾਸ ਅਤੇ ਮਨੋਵਿਗਿਆਨਕ ਡਰ ਦਾ ਫਾਇਦਾ ਉਠਾਇਆ। ਉਸਨੇ ਪੀੜਤਾ ਨੂੰ ਯਕੀਨ ਦਿਵਾਇਆ ਕਿ ਉਸ ਅਤੇ ਉਸਦੇ ਪਰਿਵਾਰ ਉੱਤੇ ਗੰਭੀਰ ਸੰਕਟ ਮੰਡਰਾ ਰਿਹਾ ਹੈ ਅਤੇ ਜੇ ਉਸਨੇ ਵਿਸ਼ੇਸ਼ ਪੂਜਾ ਪਾਠ, ਤਾਂਤਰਿਕ ਰਸਮਾਂ ਅਤੇ ਕਥਿਤ ਅਧਿਆਤਮਕ ਕਰਮਕਾਂਡ ਨਾ ਕਰਵਾਏ ਤਾਂ ਪਰਿਵਾਰ ਵਿੱਚ ਕਿਸੇ ਦੀ ਮੌਤ ਜਾਂ ਹੋਰ ਵੱਡੀ ਅਨਹੋਣੀ ਹੋ ਸਕਦੀ ਹੈ। ਇਹਨਾਂ ਦਾਅਵਿਆਂ ਕਾਰਨ ਪੀੜਤਾ ਡਰ ਅਤੇ ਦਬਾਅ ਵਿੱਚ ਆ ਗਈ ਅਤੇ ਕਥਿਤ ਅਧਿਆਤਮਕ ਸੁਰੱਖਿਆ ਦੇ ਨਾਂ ਤੇ ਮੁਲਜ਼ਮ ਨੂੰ ਵਾਰ-ਵਾਰ ਵੱਡੀਆਂ ਰਕਮਾਂ ਦਿੰਦੀ ਰਹੀ। ਪੁਲਿਸ ਮੁਤਾਬਕ ਇਸ ਕਥਿਤ ਠੱਗੀ ਦੀ ਕੁੱਲ ਰਕਮ 8 ਲੱਖ ਕੈਨੇਡੀਅਨ ਡਾਲਰ ਤੋਂ ਵੱਧ ਹੈ। ਮਾਮਲੇ ਦੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਕੈਨੇਡਾ ਛੱਡ ਕੇ ਭਾਰਤ ਚਲਾ ਗਿਆ। ਇਸ ਤੋਂ ਬਾਅਦ ਉਸ ਖਿਲਾਫ ਕੈਨੇਡਾ ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ। ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੀ ਮੰਗ ਲਗਾਤਾਰ ਵੱਧਦੀ ਹੁੰਦੀ ਰਹੀ ਹੈ, ਪਰ ਕੇਂਦਰ ਸਰਕਾਰ ਨੇ ਫਿਲਹਾਲ ਇਸ ਨੂੰ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਦਾ ਇਹ ਕਹਿਣਾ ਹੈ ਕਿ ਮੌਜੂਦਾ ਸੁਰੱਖਿਆ ਹਾਲਾਤਾਂ ਨੂੰ ਦੇਖਦੇ ਹੋਏ ਇਹ ਲਾਂਘਾ ਦੁਬਾਰਾ ਸ਼ੁਰੂ ਕਰਨਾ ਸੰਭਵ ਨਹੀਂ ਹੈ। ਇਹ ਜਾਣਕਾਰੀ ਕੇਂਦਰੀ ਵਿਦੇਸ਼ ਮੰਤਰਾਲੇ ਨੇ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਦਿੱਤੀ ਹੈ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਥੇਰ ਵੱਲੋਂ ਉਠਾਇਆ ਗਿਆ ਸੀ। ਦੋਵੇਂ ਆਗੂਆਂ ਨੇ ਜਾਣਨਾ ਚਾਹਿਆ ਸੀ ਕਿ ਕਰਤਾਰਪੁਰ ਲਾਂਘਾ ਕਦੋਂ ਖੋਲ੍ਹਿਆ ਜਾਵੇਗਾ ਅਤੇ ਇਸ ਬਾਰੇ ਸਰਕਾਰ ਦੀ ਕੀ ਰੁਖ ਹੈ। ਵਿਦੇਸ਼ ਮੰਤਰਾਲੇ ਨੇ ਆਪਣੇ ਜਵਾਬ ਵਿੱਚ ਦੱਸਿਆ ਕਿ ਵੱਖ-ਵੱਖ ਸਿੱਖ ਧਾਰਮਿਕ ਜਥੇਬੰਦੀਆਂ ਅਤੇ ਸੰਗਤਾਂ ਵੱਲੋਂ ਲਾਂਘਾ ਮੁੜ ਖੋਲ੍ਹਣ ਲਈ ਕਈ ਪੱਤਰ ਮਿਲੇ ਹਨ। ਇਸ ਦੇ ਬਾਵਜੂਦ ਸਰਕਾਰ ਦਾ ਮੰਨਣਾ ਹੈ ਕਿ ਮੌਜੂਦਾ ਸੁਰੱਖਿਆ ਸਥਿਤੀ ਨੂੰ ਦੇਖਦੇ ਹੋਏ ਲਾਂਘੇ ਨੂੰ ਬੰਦ ਰੱਖਣਾ ਹੀ ਠੀਕ ਹੈ। ਸਰਕਾਰ ਨੇ ਇਹ ਵੀ ਦੱਸਿਆ ਕਿ 7 ਮਈ 2025 ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਕਰਤਾਰਪੁਰ ਲਾਂਘੇ ਦੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਉਸ ਸਮੇਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਸਰਹੱਦੀ ਤਣਾਅ ਵੀ ਕਾਫੀ ਵੱਧ ਗਿਆ ਸੀ। ਇਸੇ ਕਾਰਨ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਸੀ। ਹੁਣ ਇਸ ਲਾਂਘੇ ਨੂੰ ਬੰਦ ਹੋਏ ਕਰੀਬ 1.25 ਸਾਲ ਹੋ ਚੁੱਕੇ ਹਨ। ਇਸ ਦੌਰਾਨ ਦੇਸ਼ ਅਤੇ ਵਿਦੇਸ਼ ਵਿੱਚ ਰਹਿੰਦੇ ਸਿੱਖ ਸ਼ਰਧਾਲੂ ਲਗਾਤਾਰ ਇਸ ਨੂੰ ਮੁੜ ਖੋਲ੍ਹਣ ਦੀ ਮੰਗ ਕਰ ਰਹੇ ਹਨ ਤਾਂ ਜੋ ਉਹ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ। ਸ਼੍ਰੀ ਕਰਤਾਰਪੁਰ ਸਾਹਿਬ ਸਿੱਖ ਸ਼ਰਧਾਲੂਆਂ ਲਈ ਬਹੁਤ ਪਵਿੱਤਰ ਸਥਾਨ ਹੈ। ਦਰਅਸਲ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਲੇ ਸਾਲ ਇੱਥੇ ਹੀ ਬਿਤਾਏ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਭਾਰਤ ਅਤੇ ਪਾਕਿਸਤਾਨ ਨੇ 9 ਨਵੰਬਰ 2019 ਨੂੰ ਇੱਕ ਸਮਝੌਤੇ ਤਹਿਤ ਇਹ ਲਾਂਘਾ ਸ਼ੁਰੂ ਕੀਤਾ ਸੀ, ਜਿਸ ਨਾਲ ਬਿਨਾਂ ਵੀਜ਼ੇ ਦੇ ਭਾਰਤੀ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਸਕਦੇ ਸਨ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਜੀ ਪੰਜਾਬ ਮੇਲ ਯੂਐਸਏ ਟੀਵੀ ਦੇ ਨਾਲ। IPTV ਬਾਕਸ ਇਲਾਵਾ ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਫੇਸਬੁੱਕ, ਇੰਸਟਾਗ੍ਰਾਮ, ਟਿਕਟੌਕ, YouTube ਤੇ ਸਬਸਕ੍ਰਾਈਬ ਤੇ ਫੋਲੋ ਕਰ ਸਕਦੇ ਹੋ ਤਾਂ ਜੋ ਤਾਜ਼ਾ ਅਪਡੇਟ ਤੇ ਸਾਡੇ ਖਾਸ ਪ੍ਰੋਗਰਾਮ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਫਿਲਹਾਲ ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ ਹੈ ਜੀ। ਮੈਨੂੰ ਦਿਓ ਇਜਾਜ਼ਤ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।